ਸਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸ਼ਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਗੁਰੂ ਸਵਾਰਿਓ, ਆਓ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਅਸੀਸ ਬਖਸ਼ੀਸ਼ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਸਾਰੇ ਪਿਆਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ 23 ਨੰਬਰ ਅਸ਼ਟਪਦੀ ਤੱਕ ਪਹੁੰਚੀ ਹੈ, ਜਿਸ ਦਾ ਸਲੋਕ ਅਤੇ ਅਸ਼ਟਪਦੀ ਦੀ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਗੁਰਦੇਵ ਜੀ ਨੇ ਇਸ ਪਾਵਨ ਸਲੋਕ ਵਿੱਚ ਅਤੇ ਪੌੜੀ ਦੇ ਵਿੱਚ ਅਗਿਆਨਤਾ ਦਾ ਖਤਮ ਹੋ ਜਾਣਾ ਤੇ ਗਿਆਨ ਦਾ ਪ੍ਰਕਾਸ਼ ਹੋ ਜਾਣਾ ਤੇ ਉਸ ਤੋਂ ਬਾਅਦ ਆਨੰਦ ਦੀ ਅਵਸਥਾ ਜੀਵਨ ਵਿੱਚ ਪੈਦਾ ਹੋਣੀ, ਇਹਨਾਂ ਗੱਲਾਂ ਦਾ ਜ਼ਿਕਰ ਬੜੇ ਸੋਹਣੇ ਢੰਗ ਨਾਲ ਕੀਤਾ ਹੈ। ਅਗਿਆਨਤਾ ਖਤਮ ਹੁੰਦੀ ਹੈ ਗਿਆਨ ਨਾਲ, ਤੇ ਜੇ ਆਪਾਂ ਉਸ ਗਿਆਨ ਦੀ ਗੱਲ ਕਰੀਏ ਜਿਹੜਾ ਇਸ ਜੀਵਨ ਨੂੰ ਉੱਚਿਆਂ ਚੁੱਕਦਾ ਹੈ, ਜਿਹੜਾ ਇਸ ਜੀਵਨ ਨੂੰ ਸੋਹਣਾ ਬਣਾਉਂਦਾ ਹੈ, ਉਹ ਗੁਰੂ ਦਿੰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਤੇ ਉਸੇ ਹੀ ਅਗਿਆਨਤਾ ਨੂੰ ਆਪਾਂ ਖਤਮ ਕਰਨਾ। ਅਗਿਆਨਤਾ ਕਈ ਢੰਗ ਕਈ ਤਰੀਕਿਆਂ ਦੀ ਹੁੰਦੀ ਹੈ। ਜਦੋਂ ਉਹ ਖਤਮ ਹੋ ਜਾਏ ਤਾਂ ਫਿਰ ਜਾ ਕੇ ਇਨਸਾਨ ਦੇ ਅੰਦਰ ਰੌਸ਼ਨੀ ਪੈਦਾ ਹੁੰਦੀ। ਜਿਸ ਤਰ੍ਹਾਂ ਅੱਜ ਸਿੱਖ ਕੌਮ ਅਗਿਆਨੀ ਹੋਈ ਫਿਰਦੀ ਹੈ, ਨਕਲੀ ਗੁਰੂਆਂ ਦੇ ਚੱਕਰ ਵਿੱਚ, ਦੰਭੀ ਪਖੰਡੀ ਲੋਕਾਂ ਦੇ ਭਰਮ ਭੁਲੇਖੇ ਵਿੱਚ। ਜਿਸ ਦਿਨ ਚਾਨਣ ਹੋ ਜਾਏ, ਵੈਸੇ ਤਾਂ ਸਤਿਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਬਹੁਤ ਸਾਰੇ ਪਰਿਵਾਰ ਗੁਰਬਾਣੀ ਦੀ ਕਥਾ ਵਿਚਾਰ ਦੇ ਜ਼ਰੀਏ ਸਮਝ ਪਾ ਰਹੇ ਨੇ। ਜਿਸ ਦਿਨ ਅਗਿਆਨਤਾ ਉਹਨਾਂ ਦੀ ਇਹ ਖਤਮ ਹੁੰਦੀ ਹੈ, ਗਿਆਨ ਮਿਲਦਾ ਹੈ, ਸਹੀ ਸਮਝ ਲੱਗਦੀ ਹੈ, ਫਿਰ ਉਹ ਕਹਿੰਦੇ ਨੇ ਵੀ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਤਾਂ ਐਵੇਂ ਹੀ ਧੱਕੇ ਖਾਂਦੇ ਫਿਰਦੇ ਰਹੇ, ਤੁਰੇ ਫਿਰਦੇ ਰਹੇ। ਸਤਿਗੁਰੂ ਗਿਆਨ ਦਾ ਦਾਤਾ ਹੈ। ਆਓ ਉਸ ਸਤਿਗੁਰੂ ਦੇ ਕੋਲੋਂ ਝੋਲੀ ਅੱਡ ਕੇ ਗਿਆਨ ਦੀ ਦਾਤ ਮੰਗੀਏ ਤਾਂ ਕਿ ਸਾਡੇ ਜੀਵਨ ਵਿੱਚ ਚਾਨਣ ਹੋ ਸਕੇ। ਗੁਰਦੇਵ ਨੇ ਆਖਿਆ, ਗਿਆਨ ਅੰਜਨ ਗੁਰ ਦੀਆ। ਅੰਜਨ ਦਾ ਮਤਲਬ ਹੁੰਦਾ ਹੈ ਸੁਰਮਾ। ਪਹਿਲ ਬੀਬੀਆਂ ਆਪਣੇ ਅੱਖਾਂ ਦੇ ਵਿੱਚ ਸੁਰਮਾ ਬਹੁਤ ਚਾਅ ਨਾਲ ਪਾਉਂਦੀਆਂ ਹੁੰਦੀਆਂ ਸੀ। ਸੁਰਮਾ ਕਈ ਕੰਮ ਕਰਦਾ ਹੈ, ਅੱਖਾਂ ਦੀ ਰੌਸ਼ਨੀ ਵੀ ਤੇਜ਼ ਕਰਦਾ ਹੈ, ਬਿਊਟੀ ਲਈ ਵੀ ਵਰਤਿਆ ਜਾਂਦਾ ਹੈ, ਤੇ ਕਈ ਪ੍ਰਕਾਰ ਦੀਆਂ ਅੱਖਾਂ ਦੀਆਂ ਇਨਫੈਕਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਦੂਰ ਕਰ ਦਿੰਦਾ ਹੁੰਦਾ। ਇਸ ਲਈ ਸੁਰਮੇ ਦਾ ਬੜਾ ਰਿਵਾਜ ਰਿਹਾ।
अंजन भाव सुरमा। हुण गुरुदेव ने की कहा, कहंदे ने बंदे जे तू गुरु दे पावन चरनां विच पहुंचेगा ना तां तैनूं सतगुरु की देगा? ज्ञान अंजन, ज्ञान दा सुरमा तेरियां अखां 'च पा देगा, तेरियां अखां 'च ज्ञान दा सुरमा पाएगा। हुण आ जिहड़ियां अखां ने इन्हां विच ज्ञान दे सुरमे दी गल नहीं, असल दे विच गल है कि तेरियां अखां खोल देगा, तैनूं रोशनी देगा सतगुरु, तैनूं सही नॉलेज देगा, सही ज्ञान देगा, सही दिशा देगा, सही पासे वल तोरेगा तैनूं गुरु। फिर होएगा कि ज्ञान अंजन गुर दिया, जदों गुरु ने कृपा की जिस बंदे उत्ते उन्होंने ज्ञान का सुरमा दिता, भाव ज्ञान दिता, फिर की होया? अज्ञान अंधेर विनाश। अज्ञानता नूं सतगुरु ने हनेरा दस्सिया कि अज्ञानता का हनेरा खत्म हो जाता है। फिर की हुंदा? हर किरपा ते संत भेटिया, वाहिगुरु की दया नाल ऐसा मनुख ऐसे प्यारे परमात्मा रूप गुरु की प्राप्ति कर लेंदा है, गुरु नूं मिल लेंदा है। फिर की हुंदा जी? नानक मन प्रगास, उहदे मन विच चानण हो जांदा। जिहड़े मनुख नूं सतगुरु ज्ञान की दात दिंदा है, फिर उस बंदे दे अंदर मूर्खता वाला जिहड़ा सुभाव खत्म हो जाता, वो अज्ञानी नहीं रहिंदा है, वो हनेरे विच टक्करां नहीं मारदा है। तो मैं कहांगा सतगुरु का दिता होया जिहड़ा ज्ञान है, ये अंदर ते बाहर सारियां अखां खोल दिंदा, बंदे नूं ना मत आ जाती है, अकल आ जाती, फिर बंदा सही मायने दे विच तुरदा है अपनी जिंदगी नूं अगां लैके। ऐसा सतगुरु तो परमात्मा की कृपा नाल मिलदा। और मैं कहना मैनूं गुरु नानक मिलिया है, मैं वड्डियां भागां वाला कि मैं भटकिया नहीं हाँ, मैं वड्डियां भागां वाला कि मैनूं 35-36 साल की उम्र विच सतगुरु ने वो दे दिता जो आम लोगों नूं 80-85 साल की उम्र विच भी नहीं मिलता। वो मिलिया मैनूं ज्ञान, मेरे सतगुरु की समझ, मेरे सतगुरु की बुद्धि, मेरे सतगुरु की अकल, कि मैं भटक नहीं रहा, मैं भटकिया नूं भी सीधे रस्ते ते पाउण दा यतन कर रहा। और जिन्हां दे कोल ये अकल, ये सोझी आउंदी है ना, उन्हां दा अंदर खिड़दा है। फिर वो दूसरियां दी मूर्खता वल वेख के हसदे भी है, मत्थे ते हत्थ भी मारदे है भी इन्हां नूं समझ क्यों नहीं पै रही, अकल क्यों नहीं आ रही, क्यों ये पुठे पासे वल नूं लगे हुए ने, क्यों माड़े पासे वल नूं लगे हुए ने। इन्नी टैक्नोलॉजी का टाइम है तो साडियां बीबियां अजे भी ये सोचदियां ने भी किसी बाबे का दिता होया सेब खा के मेरे घर च मुंडा पैदा हो जाना। देख लो, दुनिया चंद आसमान ते पहुँच गई और नासा जिहड़ा वो मंगल ग्रह तक पहुँचिया पिया, मार्स तक पहुँचिया पिया। साडे लोग जिहड़े है वो कित्थे कित्थे तुरे फिरदे। सस अपनी नूंह नूं कहिंदी है कि मैनूं ना अगली वारी कुड़ी नहीं चाहिदी, मुंडा चाहिदा। भी उन्हें विचारी ने अंदर मशीन बनाई हुई है भी अंदर मुंडे जम जम के तुहानूं दई जाऊगी। इन्नी अज्ञानता, इन्नी अज्ञानता। और ये अज्ञानता का हनेरा खत्म उदों ही होएगा जदों असीं गुरु कोल बैठांगे। दसो पता नहीं कदों खत्म होना, किहड़े चक्करां दे विच पए आपां। घर साडे घरां विच लड़ाइयां झगड़े रहिंदे है छोटियां छोटियां गल्लां दे करके, पता नहीं। अज्ञानता इन्नी वध चुकी है। आखे जी अज वीरवार है, मैं तो अपने मुंडे नूं अपने न्याणे नूं लैके चली हाँ लख दाते दे मत्था जाके टकाउणा, बाबा किते नाराज ही ना हो जाए, मैं तो दीवा जगा के आउणा, बाबा ना किते नाराज हो जाए। जिंदगी तुहातों नाराज हो चुकी है माड़ियां कम्मां च पै के जिहड़े तुरे फिरदे। मेरे गुरुदेव ने अगे की कहा है, ध्यान नाल समझियो। अष्टपदी संत संग अंतर प्रभ डीठा। जिस बंदे ने, जिस मनुख ने गुरु की संगत विच रह के अपने अंदर वसदे हुए परमात्मा नूं वेख लिया। संत भाव गुरु, संग भाव संगत, भाव के गुरु की संगत विच बह के जिस इंसान ने अंतर भाव अपने अंदर डीठा परमात्मा नूं वेख लिया। संत संग गुरु की संगत विच बहण नाल ही ये समझ मिलती है कि असीं अपने अंदर वसदे हुए परमात्मा नूं वेख लईए, जो साडे अंदर ही मौजूद है उन्होंने आपां वेख लईए, उहदा दीदार कर लईए, उन्होंने जान लईए। संत संग अंतर प्रभ डीठा, नाम प्रभु का लागा मीठा।
ਜਦੋਂ ਉਹਨੂੰ ਆਪਾਂ ਆਪਣੇ ਅੰਦਰ ਮਹਿਸੂਸ ਕਰਾਂਗੇ, ਆਪਣੇ ਅੰਦਰ ਦੇਖਾਂਗੇ, ਉਹਦਾ ਨਾਮ ਵੀ ਸੋਹਣਾ ਲੱਗੇਗਾ, ਪਿਆਰਾ ਲੱਗੇਗਾ, ਮਿੱਠਾ ਲੱਗੇਗਾ। ਜਦੋਂ ਦਿਸ ਪਿਆ ਆਪਣੇ ਅੰਦਰ ਵਸਦਾ ਆ। ਜਿਨ੍ਹਾਂ ਦੀ ਸੁਰਤ ਜੁੜਦੀ ਹੈ, ਜਿਨ੍ਹਾਂ ਦਾ ਧਿਆਨ ਜੁੜਦਾ, ਜਿਨ੍ਹਾਂ ਨੂੰ ਸਮਝ ਆਉਂਦੀ, ਉਹ ਤਾਂ ਕੋਨੇ ਕੋਨੇ 'ਚ ਵੇਖਦੇ। ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਇੱਥੇ ਵੀ ਹੈ, ਉੱਥੇ ਵੀ ਹੈ, ਕਿਤੇ ਬਾਹਰ ਗਿਆ ਹੀ ਨਹੀਂ ਹੋਇਆ। ਫਿਰ ਜਦੋਂ ਉਹਦਾ ਨਾਮ ਵੀ ਲੈਂਦੇ, ਮਿਠਾਸ ਵਿੱਚ ਲੈਂਦੇ, ਉਹਦੀ ਯਾਦ ਵਿੱਚ ਜੁੜੇ ਰਹਿੰਦੇ, ਉਹ ਆਪਣੀ ਜ਼ਿੰਦਗੀ ਨੂੰ ਉਹਦੇ ਲੇਖੇ ਉੱਤੇ ਲਾ ਦਿੰਦੇ ਆ। ਅਗਲੀ ਗੱਲ ਸਤਿਗੁਰ ਕਹਿੰਦੇ ਨੇ, ਸਗਲ ਸਿਮਗਰੀ ਏਕ ਸਕਟ ਮਾਹੇ। ਉਹ ਇਕੱਲੇ ਪਦਾਰਥਾਂ ਵਿੱਚ ਨਹੀਂ ਜੁੜਦੇ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਦੁਨੀਆ ਦੇ ਸਾਰੇ ਪਦਾਰਥ ਇੱਕ ਪਰਮਾਤਮਾ ਦੇ ਵਿੱਚ ਹੀ ਵਸਦੇ ਹੈ ਤੇ ਪਰਮਾਤਮਾ ਇਹਨਾਂ ਦੇ ਵਿੱਚ ਵਸਦਾ। ਦੁਨੀਆ ਦੀ ਹਰ ਇੱਕ ਚੀਜ਼ ਪਰਮਾਤਮਾ ਤੋਂ ਪੈਦਾ ਹੋਈ ਹੈ ਤੇ ਪਰਮਾਤਮਾ ਹੀ ਇਹਦੇ ਵਿੱਚ ਵਸਦਾ ਹੈ, ਕਿਤੇ ਬਾਹਰ ਨਹੀਂ ਹੈ। ਪਦਾਰਥਾਂ ਦੇ ਪਿੱਛੇ ਨਹੀਂ ਦੌੜਨਾ। ਅਸੀਂ ਇਹ ਚੀਜ਼ ਦੇ ਪਿੱਛੇ ਦੌੜ ਲਾਉਣੀ ਹੈ ਕਿ ਅਸੀਂ ਜ਼ਿੰਦਗੀ ਸਫਲ ਕਰਨੀ। ਅਸੀਂ ਇਹ ਸਮਝਣਾ ਵੀ ਸਾਡੇ ਧੁਰ ਅੰਦਰ ਵਿੱਚ ਵਸਿਆ ਹੋਇਆ, ਅੰਦਰ ਵਿੱਚ। ਫਿਰ ਤੁਹਾਨੂੰ ਵਿਸ਼ੇਸ਼ ਤੌਰ 'ਤੇ ਕੁਝ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਤੁਹਾਨੂੰ ਉਹ ਆਪਣੇ ਅੰਦਰ ਬੈਠਾ ਹੋਇਆ ਜਿਹੜਾ ਨਾ ਉਹ ਨਜ਼ਰ ਆ ਜਾਏਗਾ। ਦਾਦੂ ਦੀ ਸਮਾਧ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਨਾ, ਤੇ ਸਤਿਗੁਰੂ ਜੀ ਨੇ ਉੱਥੇ ਕਹਿੰਦੇ ਨੇ ਜਦੋਂ ਤੁਰ ਲੱਗੇ, ਪਹਿਲਾਂ ਵਿਚਾਰਾਂ ਹੋਈਆਂ, ਜਿਹੜਾ ਉਹਨਾਂ ਦਾ ਸੇਵਕ ਸੀ ਅਗਾਂਹ ਉਹਦੇ ਨਾਲ ਵਿਚਾਰਾਂ ਹੋਈਆਂ। ਵਿਚਾਰਾਂ ਹੋਣ ਤੋਂ ਬਾਅਦ ਸਤਿਗੁਰੂ ਜੀ ਜਦੋਂ ਤੁਰੇ ਤੇ ਇਤਿਹਾਸਕਾਰ ਕਹਿੰਦੇ ਸਤਿਗੁਰੂ ਨੇ ਨਾ ਤੀਰ ਮਾਰਿਆ ਉਹਦੀ ਸਮਾਧ ਉੱਤੇ, ਤੀਰ ਮਾਰ ਕੇ ਨਮਸਕਾਰ ਕੀਤੀ। ਜਿਹੜੇ ਸਿੱਖ ਨਾਲ ਸੀ ਉਹਨਾਂ ਨੇ ਕਿਹਾ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ, ਉਹ ਸਮਝ ਨਹੀਂ ਲੱਗੀ, ਤੁਸੀਂ ਤਾਂ ਬੜੀਆਂ ਮਸਾਣਾਂ ਤੋਂ ਜਿਹੜਾ ਉਹ ਸਾਨੂੰ ਵਰਜਦੇ ਹੋ, ਤੁਸੀਂ ਆਪ ਇਦਾਂ ਕਿਉਂ ਕੀਤਾ? ਸਤਿਗੁਰੂ ਕਹਿੰਦੇ ਮੈਂ ਕੁਝ ਜਾਣਨਾ ਚਾਹੁੰਦਾ ਸੀ। ਕੀ ਭਲਾ ਮੇਰੇ ਸਿੱਖਾਂ ਦੇ ਵਿੱਚ ਕੋਈ ਕਣੀ ਹੈ ਜਾਂ ਨਹੀਂ ਹੈ ਕਿ ਅਜੇ ਵੀ ਉਹ ਪੀਰਾਂ ਫਕੀਰਾਂ ਦੀਆਂ ਸਮਾਧਾਂ 'ਤੇ ਮੱਥਾ ਟੇਕਣ ਜਿਹੜਾ ਉਹ ਤੁਰੇ ਫਿਰਦੇ। ਕੁਝ ਇਤਿਹਾਸਕਾਰ ਕਹਿੰਦੇ ਵੀ ਸਤਿਗੁਰੂ ਨੇ ਆਪ ਹੀ ਕਹਿਤਾ ਵੀ ਮੈਨੂੰ ਤਨਖਾਹ ਲਾਓ, ਕਿਉਂਕਿ ਦੇਖੋ ਇਹ ਹੋਣਾ ਨਹੀਂ ਸੀ ਚਾਹੀਦਾ। ਅਸਲ ਦੇ ਵਿੱਚ ਗੱਲ ਬੜੀ ਪਿਆਰੀ ਹੈ ਇਸ ਸਾਖੀ ਦੀ। ਪਤਾ ਕੀ ਹੈ ਗੱਲ? ਤਨਖਾਹ ਦੀ ਨਹੀਂ, ਗੱਲ ਇਹ ਹੈ ਸਤਿਗੁਰੂ ਨੇ ਕਿਹਾ ਮੈਂ ਆਪਣੇ ਸਿੱਖਾਂ ਨੂੰ ਪਰਖਣਾ ਚਾਹੁੰਦਾ। ਮੇਰੇ ਸਿੱਖ ਬੜੀਆਂ ਮਸਾਣਾਂ 'ਤੇ ਕਿਤੇ ਮੱਥੇ ਤਾਂ ਨਹੀਂ ਟੇਕਦੇ। ਤੇ ਅੱਜ ਸਾਡੀ ਦੌੜ ਲੱਗੀ ਪਈ, ਲੈਣਾ ਲੱਗੀਆਂ ਪਈਆਂ। ਵਾਹ! ਗੁਰੂ ਗ੍ਰੰਥ ਸਾਹਿਬ 'ਚੋਂ ਕੁਛ ਨਹੀਂ ਮਿਲਦਾ ਤੁਹਾਨੂੰ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਕੁਛ ਮਿਲਿਆ ਨਹੀਂ, ਮਿਲਣਾ ਵੀ ਨਹੀਂ, ਕਿਉਂਕਿ ਉਹਦੇ ਵਿੱਚੋਂ ਪਾਉਣ ਦੇ ਲਈ, ਉਹਦੇ ਵਿੱਚੋਂ ਕੁਛ ਲੈਣ ਦੇ ਲਈ ਸਾਡੀ ਲਿਆਕਤ ਹੀ ਨਹੀਂ ਹੈ, ਅਸੀਂ ਇਸ ਯੋਗ ਹੀ ਨਹੀਂ ਹੈ। ਇਸ ਲਈ ਧੱਕੇ ਖਾਂਦੇ ਫਿਰਦੇ ਆਪਾਂ ਬਾਰ-ਬਾਰ। ਲੇਕਿਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਕਿਹਾ, ਸਿੱਖੋ ਕਦੇ ਭੁੱਲ ਕੇ ਵੀ ਮੜੀਆਂ ਮਸਾਣਾਂ 'ਤੇ ਨਹੀਂ ਜਾਣਾ, ਕਦੇ ਭੁੱਲ ਕੇ ਵੀ ਕਿਸੇ ਦੇ ਮੂਹਰੇ ਨਹੀਂ ਝੁਕਣਾ। ਤੁਹਾਡਾ ਦਾਤਾ ਗੁਰੂ ਗ੍ਰੰਥ ਸਾਹਿਬ ਹੈ, ਗੁਰਬਾਣੀ ਦੇ ਲੜ ਲੱਗ ਕੇ ਰਹੋ। ਜਿਹੜਾ ਆਪਣੇ ਅੰਦਰ ਵੇਖਦਾ ਨਾ, ਫਿਰ ਅਗਲੀ ਗੱਲ ਉਹ ਪਦਾਰਥਾਂ ਦੇ ਪਿੱਛੇ ਨਹੀਂ, ਉਹ ਆਮ ਤਾਕਤਾਂ ਦੇ ਪਿੱਛੇ ਨਹੀਂ ਦੌੜਦਾ, ਉਹ ਪਦਾਰਥਾਂ ਵਾਲਾ ਜੀਵਨ ਨਹੀਂ ਜਿਉਂਦਾ, ਉਹ ਇਕੱਲਾ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਮਸਤ ਨਹੀਂ ਹੁੰਦਾ। ਉਹਨੂੰ ਬਹੁਤ ਕੁਝ ਮਿਲ ਜਾਂਦਾ ਗੁਰੂ ਨਾਨਕ ਸਾਹਿਬ ਦੇ ਦਰ ਤੋਂ। ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਂ, ਨਾਨਾ ਕਈ ਕਿਸਮ ਦੇ, ਕਈ ਪ੍ਰਕਾਰ ਦੇ ਰੰਗ, ਚੋਜ, ਤਮਾਸ਼ੇ, ਜੋ ਕੁਝ ਵੀ ਹੋ ਰਹੇ ਨੇ ਸਤਿਗੁਰੂ ਕਹਿੰਦੇ ਨੇ ਇਹ ਸਾਰੇ ਨਿਕਲੇ ਕਿਹਦੇ ਵਿੱਚੋਂ? ਪਰਮਾਤਮਾ ਚੋਂ। ਅੱਜ ਜੋ ਕੁਝ ਵੀ ਹੈ, ਖੁਸ਼ੀਆਂ ਨੇ, ਗਮੀਆਂ ਨੇ, ਚੋਜ ਤਮਾਸ਼ੇ ਹੈ, ਜੋ ਕੁਝ ਵੀ ਹੈ ਦੁਨੀਆ ਦੇ ਵਿੱਚ, ਇਹ ਪੈਦਾ ਕੌਣ ਕਰਦਾ? ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਪੈਦਾ ਕਰਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਮੰਨ ਲਓ 9 ਨਿਧ ਹੈ, 9 ਖਜ਼ਾਨੇ, ਦੁਨੀਆ ਦੇ ਸਾਰੇ ਖਜ਼ਾਨੇ ਪਰਮਾਤਮਾ ਦੇ ਨਾਮ ਵਿੱਚ ਹੈ। ਇੱਕ ਵਾਰੀ ਜੁੜ ਕੇ ਤਾਂ ਦੇਖ, ਤੇਰੀ ਜ਼ਿੰਦਗੀ ਦੀ ਜੇਕਰ ਕੋਈ ਭੁੱਖ ਰਹੀ ਤਾਂ ਦੱਸੀ। ਤੈਨੂੰ ਖੁਦ ਨੂੰ ਇੱਦਾਂ ਮਹਿਸੂਸ ਹੋਣਾ ਵੀ ਜਿਵੇਂ ਮੈਂ ਰੱਜਿਆ ਹੋਇਆ, ਮੈਨੂੰ ਸਭ ਕੁਝ ਹੀ ਮਿਲ ਗਿਆ। ਵਾਕਈ ਵੀ ਮਿਲ ਵੀ ਜਾਂਦਾ, ਬੰਦੇ ਦੇ ਅੰਦਰ ਨਾ ਰਜੇਵਾਂ ਜਿਹਾ ਆ ਜਾਂਦਾ, ਸੰਤੋਖ ਸਬਰ ਜਿਹਾ ਆ ਜਾਂਦਾ। ਘੱਟ ਵੀ ਕਮਾਓਗੇ ਤਾਂ ਵੀ ਸਬਰ ਹੀ ਰਹਿਣਾ। ਤੇ ਜਿਨ੍ਹਾਂ ਦੇ ਅੰਦਰ ਇਹ ਚੀਜ਼ ਨਹੀਂ ਹੁੰਦੀ, ਉਹ ਭਾਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿਣ, ਪੂਰੀ ਜ਼ਿੰਦਗੀ ਲੱਗੇ ਰਹਿਣ, ਉਹ ਤਾਂ ਵੀ ਮਰੂ ਕਰਦੇ ਰਹਿਣਗੇ। ਜਿਨ੍ਹਾਂ ਦੇ ਅੰਦਰ ਇਹ ਹੁੰਦਾ ਨਾ, ਕਣਕਾ ਇੱਕ ਹੁੰਦਾ, ਉਹ ਕਹਿੰਦੇ ਵੀ ਸਬਰ ਸੰਤੋਖ ਦੀ ਜ਼ਿੰਦਗੀ ਜਿਉ ਰਹੇ, ਬਹੁਤ ਵਧੀਆ। ਗੁਰੂ ਨਾਨਕ ਸਾਹਿਬ ਨੇ ਦੋਦੇ ਨੂੰ ਇਹ ਗੱਲ ਕਹੀ ਸੀ ਨਾ, ਦੋਦੇ ਨੂੰ ਸਤਿਗੁਰੂ ਨੇ ਇਹ ਗੱਲ ਕਹੀ ਸੀ। ਦੋਦੇ ਦੀ ਘਰ ਵਾਲੀ ਰੋਜ਼ ਦੁੱਧ ਲਿਆ ਕੇ ਪਿਲਾਉਂਦੀ ਰਹੀ ਹੈ ਤੇ ਦੋਦਾ ਵੀ ਆ ਗਿਆ। ਦੋਦਾ ਕਹਿੰਦਾ ਵੀ ਮੇਰੀ ਘਰ ਵਾਲੀ ਤੁਹਾਨੂੰ ਦੁੱਧ ਲਿਆ ਕੇ ਪਿਲਾਉਂਦੀ ਰਹੀ,
सतगुरु ने कहा दुध कित्थों आया? कहता मेरी मझ तो। मझ कित्थों आई? मझ कित्थों आई? मझ तेरी है? नहीं। अनाज तेरा नहीं, जमीन तेरी नहीं, कित्थे जाके तू रुकेगा दस? सतगुरु ने कहा जो तेरा कुछ है ही नहीं दुधिया, तू किहड़े चक्रां च तुरिया फिरदा? ते दुधा कहंदा सतगुरु मैनू तो हुण हर जगह ते नानक ही दिसदा है। सतगुरु ने कहा नानक नूं नहीं वेखना, करतार नूं देख, निरंकार नूं देख। जिस दिन हौमे खत्म होई उस दिन करतार दिसेगा। जिस दिन हौमे सिर चढ़ के बोली उस दिन तू ही दिसेगा, मैं जी मैं जी मैं जी मैं जी। मैं दा रौला जिंदगियां बर्बाद करदा, मैं दा रौला ही कलेश पाउंदा, मैं दा रौला ही साडी लाइफ नूं बर्बादी दे किनारे ते लैके जांदा। छड्ड दो इहनूं। तुसी किसी भी जगह ते हंकार नूं लैके बैठोगे ना ते बर्बादी मिलनी, चाहे वह तुहाडा घर परिवार ही क्यों ना हो, बर्बादी मिलेगी। अगली गल, नौ निधि अमृत प्रभ का नाम देही मैं इसका विश्राम। हुण ये जिहड़ा नाम है कित्थे है? देही मैं इसका विश्राम। ये साडी देह विच है, ये साडे शरीर दे विच है, क्योंकि परमात्मा दा नाम शरीर च पा, परमात्मा शरीर च है तो उहदा नाम भी शरीर च है। इसलिए जोत निरंजन ओंकार अड़ंकार सोंग सतनाम, ये पंजां अखरां दे नाम नाल पार उतारा नहीं। ये तां बिजनेस है प्यारिओ। परमात्मा शरीर च है, देही च है, तो परमात्मा का नाम भी देही विच है। भाव उहदे गुण साडे अंदर मौजूद ने, आपां उन्हां गुणां नूं बाहर कढना, आपां उन्हां गुणां दे मुताबक जीवन नूं ढालना, रंगत देनी अपने जीवन नूं उन्हां गुणां दे मुताबक। सुन समाद अनहत तैनाद। फिर जिहड़ा इंसान ऐसा बन जाता उस बंदे दे अंदर एक ना अफुर अवस्था बन जाती, उहदी सुरत जुड़ जाती। अफुर भाव फुरना ना होना, अफुर जिहदे अंदर कोई फुरना नहीं हुंदा। देखो जिंदगी नूं वधिया बनाउण लई खाशां हुंदियां ने। मैं भी सोचदा मेरे कोल आ होवे, मेरे कोल आ होवे, उहदे लई उद्यम करना माड़ी गल नहीं। पर मैं एक गल कह देवां, खाशां दे पिछे दौड़ना ना ये गलत है। किते ना सानू अपने आप नूं स्टॉप करना चाहिए, किते ना किते सानू अपने आप नूं स्टॉप करना चाहिए, उत्थे एक बैठ के आनंद मानना चाहिए। बहुता भज्जू 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 करना जिहड़ा ना वो ज़्यादा गुड नहीं हुंदा। इसलिए किते ना किते रुकना पैंदा लाइफ दे विच। जदों बंदे दे अंदर ऐसी अवस्था बनती फिर उहदे अंदर फुरने नहीं हुंदे, भाव कि वह लऊं लऊं नहीं करता, उसकी बिरती जिहड़ी है तृष्णालू नहीं रहिंदी है, वो टिक जाता। तो टिके हुए इंसान नूं ही असीं वाहिगुरू दा रूप कहने आ। टिकिया होया इंसान ही जिहड़ा ना वो खुशी गमी की परवाह नहीं करता, टिकिया होया इंसान ही सुखी हुंदा। कहन ना जाई अचरज बिस्माद। फिर उहदे अंदर जिहड़ी एक आनंद की अवस्था बन जाती ना, उहदा बयान नहीं किया जा सकता। वो इदां दा जीवन वाला उच्चा सुच्चा हो जाता भी उहदे जीवन नूं बयान नहीं किया जा सकता। तिन देखिया जिस आप दिखाए, पर यह आनंद उस मनुख ने वेख्या जिसनूं परमात्मा ने विखाया। भाव ये आनंद की अवस्था जिन्हों परमात्मा ने दिती, ये तां उही जानदा, दूसरे तां आवें कह सकते भी इदां दा। चरण कमल की मौज को कहो कैसे अनुमान, कहबे को शोभा नहीं देखा ही प्रमाण। परमात्मा के चरण कमलों की जिहड़ी मौज है, आनंद वाली जिहड़ी अवस्था, वो कही नहीं जा सकती। वो तां जिन्हों मिले ना उन्होंने पता। सतगुरु अगे की कहते हैं, नानक तिस जन सोझी पाए। हे नानक उस मनुख नूं उस आनंद की समझ बख्शदा है जिहदे उत्ते परमात्मा कृपा करदा। सो मैं तो यही गल कहांगा कि सब कुछ गुरु नानक साहब के चरणों 'च है। आओ गुरु नानक साहब के चरणों नाल जुड़ के रहिए, जिंदगी सफल बनाइए ते सतगुरु तो बारने बलहारने जाइए जिन्हां ने सानू ऐसी पवित्र बाणी दिती। आनंद तद बनेगा जदों अज्ञानता खत्म हुई। अज्ञानता तां खत्म होनी जदों गुरु ग्रंथ साहब की पावन बाणी दे लड़ लगांगे। इतनियां बेनतियां स्वीकार करो। 23 नंबर अष्टपदी की श्लोक समेत पहली पौड़ी का पाठ अते उहदी विचार आप जी ने श्रवण की। भुल चुक दी खिमा। वाहिगुरू जी का खालसा, वाहिगुरू जी की फतेह।